कि भारत सरकार G20 ਦੇ ਵਿੱਚ ਸਮੁੰਦਰ ਰਸਤੇ ਤਾਂ ਮਿਡਲ ਈਸਟ ਦੇ ਨਾਲ ਵਪਾਰ ਕਰਨਾ ਚਾਹੁੰਦੀ ਆ, ਪਰ ਜਿਹੜਾ ਸੜਕੀ ਰਸਤਾ ਬਣਿਆ ਹੋਇਆ ਭਾਰਤ ਪਾਕਿਸਤਾਨ ਦਾ ਵਪਾਰ ਖੋਲ ਕੇ ਮਿਡਲ ਈਸਟ ਦੇ ਨਾਲ ਇੱਧਰ ਦੀ ਵਪਾਰ ਹੋ ਸਕਿਆ, ਇਹਨੂੰ ਬੰਦ ਰੱਖਣਾ ਚਾਹੁੰਦੀ ਹੈ। ਭਾਰਤ ਸਰਕਾਰ ਅਮਰੀਕਾ ਦਾ ਸੇਬ, ਕਾਜੂ ਤੇ ਬਦਾਮ ਤਾਂ ਇੱਧਰ ਸਸਤਾ ਮੰਗਾਉਣਾ ਚਾਹੁੰਦੀ ਆ, ਪਰ ਸਾਡੀ ਬਾਸਮਤੀ ਬਾਹਰ ਜਾਣ ਤੇ ਜਿਹੜੀ ਹੈਗੀ ਆ ਉਹ ਰੋਕ ਲਾ ਰਹੀ ਹੈਗੀ ਆ। ਕਿਸੇ ਤਰ੍ਹਾਂ ਦਾ ਵੀ ਕੋਈ ਸੁਨੇਹਾ ਜਾਂ ਕੋਈ ਲੱਗਾ ਕਿ ਉਸ ਰੈਲੀ ਦਾ ਇੰਪੈਕਟ ਇੱਥੇ ਇਸ ਪੂਰੇ ਮਾਮਲੇ ਦੇ ਵਿੱਚ ਉਹ ਨਹੀਂ ਚਾਹੁੰਦੇ ਇਹ ਗੱਲ ਇੱਧਰ ਨੂੰ ਇੱਕ ਦੋਨਾਂ ਪੰਜਾਬਾਂ ਦੀ ਕੋਈ ਸਾਂਝ ਬਣੇ। 47 ਵੇਲੇ ਵੀ ਜਾਣ ਕੇ ਵੰਡ ਹੋਈ ਹੈ, ਇਹ ਸਾਡੀ ਪੰਜਾਬ ਦੀ ਇਕੱਲੀ ਵੰਡ ਹੋਈ ਹੈ ਜਾਂ ਉਧਰ ਬੰਗਾਲ ਦੀ ਹੋਈ ਹੈ। ਖੇਤੀ ਮਾਡਲ ਦੇ ਇਸ਼ੂ ਦੇ ਵਿੱਚ ਅਸੀਂ ਇਹ ਜਿਹੜੀਆਂ ਨਾਲ ਜੁੜੀ ਹੋਈ ਗੱਲ ਕਿ ਪੰਜਾਬ ਦੇ ਵਿੱਚ 28 ਤਰ੍ਹਾਂ ਦਾ ਫਰੂਟ ਹੋ ਸਕਦਾ, ਜਿਹੜੇ ਇਲਾਕੇ ਦੇ ਵਿੱਚ ਜਿਹੜੀ ਫਸਲ ਹੋ ਸਕਦੀ ਆ ਉਹ ਬਚਵਾਈ ਜਾਵੇ। ਝੋਨਾ ਇੱਥੋਂ ਦੀ ਫਸਲ ਜਿਹੜੀ ਨਹੀਂ, ਖੇਤੀ ਆਧਾਰਿਤ ਸਨਅਤ ਜਿਹੜੀ ਆ ਉਹਨੂੰ ਕਾਰਪੋਰੇਟ ਨੂੰ ਲਾਉਣ ਦਾ ਕੋਈ ਅਧਿਕਾਰ ਨਹੀਂ ਹੋਣਾ ਚਾਹੀਦਾ, ਉਹ ਕੋਆਪਰੇਟਿਵ ਖੇਤਰ ਦੇ ਵਿੱਚ ਜਿਹੜੀ ਹੈਗੀ ਆ ਲੱਗੀ। ਲੁਕਾਈ 'ਚ ਹੀ ਖੁਦਾਈ ਆ। ਜਦੋਂ ਲੋਕਾਂ 'ਚ ਇਹ ਗੱਲ ਹੋ ਗਈ ਤਾਂ ਇਹਦੇ ਤੇ ਲੋਕ ਲਹਿਰ ਬਣੇਗੀ। ਔਰ ਪਹਿਲਾਂ ਵੀ ਸਰਕਾਰ ਚਾਹੁੰਦੀ ਸੀ ਖੇਤੀ ਕਾਨੂੰਨ ਵਾਪਸ, ਲੋਕ ਚਾਹੁੰਦੇ ਸੀ ਤੇ ਵਾਪਸ ਕਰਨੇ ਪਏ। ਹੁਣ ਵੀ ਜਦੋਂ ਲੋਕ ਚਾਹੁਣਗੇ ਕਿ ਵਪਾਰ ਖੁੱਲੇ ਤੇ ਫਿਰ ਵਪਾਰ ਖੁੱਲੇ। ਕੇਂਦਰ ਸਰਕਾਰ ਦੇ ਨਾਲ ਇਹੀ ਗੱਲਾਂ ਕਰਨੀਆਂ ਨੇ, ਕੋਈ ਟੇਬਲ ਟਾਕ ਕਰਨੀ ਆ ਤਾਂ ਫਿਰ ਉਹਦੇ ਵਾਸਤੇ ਤਾਂ ਲੜਾਈ ਫੇਰ ਵੱਡੀ ਵਿੱਢਣੀ ਪਊਗੀ ਨਾ। ਪੰਜਾਬ ਸਰਕਾਰ ਵੀ ਜਿਹੜੀ ਹੈ ਉਹ ਨਵੀਂ ਖੇਤੀ ਨੀਤੀ ਲੈ ਕੇ ਆ ਰਹੀ ਹੈ। ਉਮੀਦ ਹੈ ਕਿ ਸ਼ਾਇਦ ਅਗਲੇ ਮਹੀਨੇ ਮੁੱਖ ਮੰਤਰੀ ਸਾਹਿਬ ਇਸ ਨਵੀਂ ਖੇਤੀ ਨੀਤੀ ਨੂੰ ਐਲਾਨ ਵੀ ਦੇਣ ਕਿ ਸਾਡੇ ਤੋਂ ਸੁਝਾਅ ਲੈ ਲਏ, ਹੋਰ ਲੋਕਾਂ ਤੋਂ ਸੁਝਾਅ ਲੈ ਲਏ ਤੇ 6 ਮਹੀਨਿਆਂ ਬਾਅਦ ਇੱਕ ਬਾਹਰ ਦੀ ਕੰਪਨੀ ਲੈ ਆਂਦੀ ਵੀ ਖੇਤੀ ਨੀਤੀ ਤੇ ਇਹ ਰਾਏ ਦੇਊਗੀ। ਕੰਪਨੀਆਂ ਨੇ ਤਾਂ ਪਹਿਲਾਂ ਬੇੜਾ ਗਰਕ ਕੀਤਾ ਤੇ ਕੰਪਨੀਆਂ ਹੁਣ ਰਾਏ ਦੇਣਗੀਆਂ। ਜੇ ਤੁਸੀਂ ਵੋਟਾਂ ਲੈਣੀਆਂ ਉਦੋਂ ਲੋਕ ਸਿਆਣੇ ਆ, ਤੁਹਾਨੂੰ ਗੱਦੀ ਤੇ ਬਿਠਾ ਦਿੰਦੇ ਉਦੋਂ ਸਿਆਣੇ ਆ। ਇਹਦਾ ਮਤਲਬ ਪੰਜਾਬ ਦੇ ਲੋਕ ਮੁਸ਼ਕਲਾਂ ਬਾਰੇ ਸੋਚਦੇ ਆ ਨਾ, ਉਹ ਇੱਥੇ ਕੁਝ ਬਦਲਣਾ ਚਾਹੁੰਦੇ ਆ ਨਾ। ਜੇ ਸੋਚਦੇ ਤਾਂ ਹੀ ਪਹਿਲੇ ਬਦਲੇ ਆ ਨਾ, ਉਹ ਖੇਤੀ ਵੀ ਬਦਲਣਾ ਚਾਹੁੰਦੇ। ਸਤਿ ਸ਼੍ਰੀ ਅਕਾਲ ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਤੇ ਮੈਂ ਰਵੀ ਸੰਗਰਾਹੁਰ। ਇੱਕ ਕਿਸਾਨ ਜਥੇਬੰਦੀ, ਕਿਰਤੀ ਕਿਸਾਨ ਜਥੇਬੰਦੀ, ਜਿਹਨੇ ਇੱਕ ਵੱਖਰਾ ਹੁੰਗਾਰਾ ਭਰਿਆ ਤੇ ਵੱਖਰੀ ਹੁੰਕਾਰ ਭਰੀ। ਉਹਨਾਂ ਨੇ ਇਹ ਕਿਹਾ ਕਿ ਭਾਰਤ ਸਰਕਾਰ ਸਾਡੀ ਗੱਲ ਸੁਣੇ ਤੇ ਸਮਝੇ ਕਿ ਵਾਹਗਾ ਬਾਰਡਰ ਔਰ ਹੁਸੈਨੀਵਾਲਾ ਤੋਂ ਪੰਜਾਬ ਦੇ ਨਾਲ ਪਾਕਿਸਤਾਨ ਦਾ ਵਪਾਰ ਖੋਲ੍ਹੋ। ਉਹਨਾਂ ਨੇ ਆਧਾਰ ਵੀ ਇਸ ਗੱਲ ਨੂੰ ਵੀ ਬਣਾਇਆ ਕਿ ਮੁੰਦਰਾ ਬੰਦਰਗਾਹ ਤੇ ਵਪਾਰ ਤਾਂ ਚੱਲ ਰਿਹਾ, ਪਰ ਉਹਦਾ ਸਿੱਧਾ ਫਾਇਦਾ ਜਿਹੜਾ ਹੈ ਉਹ ਇੱਕ ਪ੍ਰਾਈਵੇਟ ਵਪਾਰੀ ਨੂੰ ਜਾ ਰਿਹਾ। ਉਹ ਕਹਿੰਦੇ ਜੇ ਉਹ ਵਪਾਰੀ ਕਰੋੜਾਂ ਅਰਬਾਂ ਉਸ ਬੰਦਰਗਾਹ ਦੇ ਰਾਹੀਂ ਕਮਾ ਸਕਦਾ ਤਾਂ ਫਿਰ ਆਮ ਕਿਸਾਨ ਮਜ਼ਦੂਰ ਇੱਥੋਂ ਵਪਾਰ ਕਰਕੇ ਆਰਥਿਕ ਤੌਰ ਤੇ ਹੋਰ ਮਜ਼ਬੂਤ ਕਿਉਂ ਨਹੀਂ ਹੋ ਸਕਦਾ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਜਾਂ ਪੂਰੇ ਦੇਸ਼ ਦੇ ਵਿੱਚ ਮਹਿੰਗੀਆਂ ਨੇ, ਪਰ ਨਾਲ ਦੇ ਗੁਆਂਢੀ ਮੁਲਕਾਂ ਦੇ ਵਿੱਚ ਸਸਤੀਆਂ। ਜੇਕਰ ਆਪਸੀ ਆਦਾਨ ਪ੍ਰਦਾਨ ਹੋਏਗਾ ਤਾਂ ਜਿਹੜੀਆਂ ਕੀਮਤਾਂ ਉਹ ਵੀ ਕੰਟਰੋਲ ਹੋਣਗੀਆਂ ਤੇ ਨਾਲ ਆਰਥਿਕ ਤੌਰ ਤੇ ਦੋਨੇ ਮੁਲਕ ਜਿਹੜੇ ਨੇ ਉਹ ਮਜ਼ਬੂਤ ਵੀ ਹੋਣਗੇ। ਪਰ ਇਹ ਸੰਭਾਵਨਾ ਕਿੰਨੀ ਕੁ ਹੈ, ਸੰਭਵ ਕਿੰਨਾ ਕੁ ਹੈ? ਅੱਜ ਦੂਜੀ ਰੈਲੀ ਜਿਹੜੀ ਸੀ ਇਹ ਕਿਰਤੀ ਕਿਸਾਨ ਜਥੇਬੰਦੀ ਦੇ ਸਾਰੇ ਆਗੂ ਖੜੇ ਨੇ। ਇਹਨਾਂ ਨੇ ਅੱਜ ਹੁਸੈਨੀਵਾਲਾ ਬਾਰਡਰ ਤੇ ਕੀਤੀ ਹੈ। ਇਸ ਤੋਂ ਪਹਿਲਾਂ ਵਾਹਗਾ ਬਾਰਡਰ ਦੇ ਨਜ਼ਦੀਕ ਜਾ ਕੇ ਇਹਨਾਂ ਨੇ ਜਿਹੜੀ ਹੈ ਉਹ ਰੈਲੀ ਕੀਤੀ ਹੈ। ਸਮਝਾਂਗੇ ਕਿ ਲੋਕਾਂ 'ਚ ਮੈਸੇਜ ਪਹੁੰਚਾ ਸਕੇ ਨੇ ਜਾਂ ਨਹੀਂ, ਔਰ ਹੁੰਗਾਰਾ ਕਿਸ ਤਰ੍ਹਾਂ ਦਾ। ਬਾਈ ਰਜਿੰਦਰ, ਲੋਕਾਂ ਤੱਕ ਗੱਲ ਪਹੁੰਚੀ ਹੈ? ਬਿਲਕੁਲ ਜੀ ਪਹੁੰਚੀ ਹੈ ਰਵੀ ਜੀ। ਤੁਸੀਂ ਦੇਖ ਲਓ ਕਿ ਐਡਾ ਹੀ ਇਕੱਠ ਅਟਾਰੀ ਪਰਸੋਂ ਹੋਇਆ ਤੇ ਅੱਜ ਇੱਥੇ ਹੋਇਆ, ਔਰ ਇਸੇ ਤਰ੍ਹਾਂ ਦਾ ਇਕੱਠ ਹੀ ਅੱਜ ਜਲੰਧਰ ਹੋ ਰਿਹਾ, ਨਵਾਂ ਸ਼ਹਿਰ ਹੋ ਰਿਹਾ ਤੇ ਪਟਿਆਲੇ ਦੇ ਸਮਾਣੇ ਜ਼ਿਲ੍ਹੇ ਦੇ ਵਿੱਚ ਹੋ ਰਿਹਾ। ਅਸੀਂ ਇਹ ਮਾਲਵੇ ਦੀ, ਉਧਰ ਮਾਝੇ ਤੇ ਕਪੂਰਥਲੇ ਜ਼ਿਲ੍ਹੇ ਦੀ ਤੇ ਬਾਕੀ ਹੋਰ ਜ਼ਿਲ੍ਹਿਆਂ 'ਚ ਕਾਨਫਰੰਸਾਂ ਕਰ ਰਹੇ ਹਾਂ ਕਿ ਅਸੀਂ ਇਹਨੂੰ ਪੰਜਾਬ ਦੇ ਹਰ ਲੋਕ ਤੱਕ, ਇੱਥੋਂ ਦੇ ਕਿਸਾਨ ਮਜ਼ਦੂਰ, ਇੱਥੋਂ ਦਾ ਵਪਾਰੀ, ਇੱਥੋਂ ਦਾ ਟਰਾਂਸਪੋਰਟਰ, ਉਹਦੇ ਤੱਕ ਲੈ ਕੇ ਜਾਣਾ ਚਾਹੁੰਦੇ ਹਾਂ ਕਿ ਭਾਰਤ ਸਰਕਾਰ G20 ਦੇ ਵਿੱਚ ਸਮੁੰਦਰ ਰਸਤੇ ਤਾਂ ਮਿਡਲ ਈਸਟ ਦੇ ਨਾਲ ਵਪਾਰ ਕਰਨਾ ਚਾਹੁੰਦੀ ਆ, ਪਰ ਜਿਹੜਾ ਸੜਕੀ ਰਸਤਾ ਬਣਿਆ ਹੋਇਆ ਭਾਰਤ ਪਾਕਿਸਤਾਨ ਦਾ ਵਪਾਰ ਖੋਲ ਕੇ ਮਿਡਲ ਈਸਟ ਦੇ ਨਾਲ ਇੱਧਰ ਦੀ ਵਪਾਰ ਹੋ ਸਕਿਆ, ਇਹਨੂੰ ਬੰਦ ਰੱਖਣਾ ਚਾਹੁੰਦੀ ਆ। ਭਾਰਤ ਸਰਕਾਰ ਅਮਰੀਕਾ ਦਾ ਸੇਬ, ਕਾਜੂ ਤੇ ਬਦਾਮ ਤਾਂ ਇੱਧਰ ਸਸਤਾ ਮੰਗਾਉਣਾ ਚਾਹੁੰਦੀ ਆ, ਪਰ ਸਾਡੀ ਬਾਸਮਤੀ ਬਾਹਰ ਜਾਣ ਤੇ ਜਿਹੜੀ ਹੈਗੀ ਆ ਉਹ ਰੋਕ ਲਾ ਰਹੀ ਹੈਗੀ ਆ। ਕਿ ਜਿਹੜਾ ਇਹ ਵਪਾਰ ਭਾਰਤ ਸਰਕਾਰ ਕਰਵਾ ਰਹੀ ਆ ਸਿਰਫ ਤੇ ਸਿਰਫ ਕਿ ਵੱਡੇ ਮੁਲਕਾਂ ਔਰ ਕਾਰਪੋਰੇਟ ਦੇ ਪੱਖ 'ਚ ਕਿਹੜਾ ਤੇ ਉਹ ਵਪਾਰ ਬੰਦ ਕਰਵਾ ਰਹੀ ਆ ਜਿਹੜਾ ਆਮ ਲੋਕਾਂ ਦੇ ਪੱਖ 'ਚ ਆ।
ਜਿਹੜਾ ਭਾਰਤ ਪਾਕਿਸਤਾਨ ਦਾ ਵਪਾਰ ਆ ਇਹਨੇ ਪੰਜਾਬ ਦੀ ਕਿਸਾਨਾਂ ਨੂੰ ਉਹਨਾਂ ਦੀਆਂ ਫਲਾਂ ਸਬਜ਼ੀਆਂ ਦੀ ਕੀਮਤ ਜਿਹੜੀ ਹੈਗੀ ਆ ਉਹ ਵਧਾਈ ਆ। ਇਹਨੇ ਪੰਜਾਬ ਦੇ ਵਿੱਚ ਮਜ਼ਦੂਰਾਂ ਨੂੰ ਰੁਜ਼ਗਾਰ ਦਿੱਤਾ, ਇਹਨਾਂ ਨੇ ਟਰਾਂਸਪੋਰਟਰਾਂ ਨੂੰ ਰੁਜ਼ਗਾਰ ਦਿੱਤਾ, ਇਹਨੇ ਇੱਥੋਂ ਦੇ ਵਪਾਰੀ ਨੂੰ ਜਿਹੜਾ ਸੀਗਾ ਉਹ ਖੁਸ਼ਹਾਲ ਕੀਤਾ। ਤੇ ਸਿਰਫ ਕਾਰਪੋਰੇਟ ਤੋਂ ਬਿਨਾਂ ਬਾਕੀ ਸਾਰਿਆਂ ਦੇ ਹਿੱਤ 'ਚ ਆ। ਇਸ ਕਰਕੇ ਭਾਰਤ ਸਰਕਾਰ ਕਾਰਪੋਰੇਟ ਨੂੰ ਫਾਇਦਾ ਦੇਣ ਲਈ ਉਧਰ ਦੀ ਵਪਾਰ ਕਰ ਰਹੀ ਆ ਤੇ ਇੱਧਰ ਦੀ ਵਪਾਰ ਜਿਹੜਾ ਹੈਗਾ ਉਹ ਬੰਦ ਕੀਤਾ ਹੋਇਆ। ਤੇ ਅਸੀਂ ਜਿਵੇਂ ਪਹਿਲਾਂ ਮੋਦੀ ਸਰਕਾਰ ਦੇ ਖਿਲਾਫ ਲਹਿਰ ਖੜੀ ਕੀਤੀ ਸੀ ਖੇਤੀ ਕਾਨੂੰਨਾਂ ਵਾਲੀ, ਇਹਦੇ ਤੇ ਉਸੇ ਤਰ੍ਹਾਂ ਦੀ ਲਹਿਰ ਖੜੀ ਕਰਕੇ ਮੋਦੀ ਸਰਕਾਰ ਨੂੰ ਮਜਬੂਰ ਕਰਾਂਗੇ ਕਿ ਉਹ ਆਪਣਾ ਇਹ ਪੰਜਾਬ ਵਿਰੋਧੀ ਜਿਹੜਾ ਕਦਮ ਹੈਗਾ ਉਹਨੂੰ ਵਾਪਸ ਲਵੇ ਤੇ ਵਾਹਗਾ ਤੇ ਸੈਣੀ ਵਾਲਾ ਬਾਰਡਰ ਵਪਾਰ ਵਾਸਤੇ ਖੋਲੇ। ਪ੍ਰਧਾਨ ਜੀ, ਪਹਿਲਾਂ ਅਟਾਰੀ ਤੇ ਜਾ ਕੇ ਤੁਸੀਂ ਰੈਲੀ ਕੀਤੀ ਆ, ਉਸ ਤੋਂ ਬਾਅਦ ਕੋਈ ਇੰਪੈਕਟ ਨਜ਼ਰ ਆਇਆ ਕਿਸੇ ਤਰ੍ਹਾਂ ਦਾ? ਕਈ ਵਾਰੀ ਹੁੰਦਾ ਹੈ ਕਿ ਲੀਡਰਾਂ ਨੂੰ ਫੋਨ ਆਉਣੇ ਸ਼ੁਰੂ ਹੋ ਜਾਂਦੇ ਹੁੰਦੇ ਆ ਇੰਟੈਲੀਜੈਂਸ ਦੇ ਰਾਹੀਂ, ਜਾਂ ਕਿਤੇ ਹੋਰ ਸੁਨੇਹੇ ਪਹੁੰਚਣੇ ਸ਼ੁਰੂ ਹੋ ਜਾਂਦੇ ਆ ਕਿ ਤੁਸੀਂ ਇਦਾਂ ਨਹੀਂ ਇਦਾਂ ਕਰ ਲਓ, ਜਾਂ ਕਿਸੇ ਤਰ੍ਹਾਂ ਦਾ ਵੀ ਕੋਈ ਸੁਨੇਹਾ ਜਾਂ ਕੋਈ ਲੱਗਾ ਕਿ ਉਸ ਰੈਲੀ ਦਾ ਇੰਪੈਕਟ ਇੱਥੇ ਇਸ ਪੂਰੇ ਮਾਮਲੇ ਦੇ ਵਿੱਚ ਪਿਆ? ਸਾਨੂੰ ਫੋਨ ਆਇਆ ਹੋਵੇ ਜਾਂ ਨਾ, ਇਸ ਗੱਲ ਦੀ ਹਿੰਦੁਸਤਾਨ ਜਿਹੜੀ ਸਰਕਾਰ ਹੈ ਉਹਦੇ 'ਚ ਹਿਲਚਲ ਹੈ। ਉਹ ਨਹੀਂ ਚਾਹੁੰਦੇ ਇਹ ਗੱਲ ਇੱਧਰ ਨੂੰ ਇੱਕ ਦੋਨਾਂ ਪੰਜਾਬਾਂ ਦੀ ਕੋਈ ਸਾਂਝ ਬਣੇ। ਉਹ ਚਾਹੁੰਦੇ ਆ ਵੀ ਇਹ ਲੜਾਈ ਝਗੜੇ ਵਾਲਾ ਮਾਮਲਾ ਇਹਨੂੰ ਰੱਖਿਆ ਜਾਵੇ, ਜਾਣਬੁੱਝ ਕੇ ਰੱਖਿਆ। ਦੇਖੋ ਵਪਾਰ ਤਾਂ ਕਰੀ ਜਾਂਦੇ ਦੂਜੇ ਪਾਸਿਆਂ ਦੀ ਉਹਨਾਂ ਦੇ ਨਾਲ, ਪਰ ਉਹ ਸਾਨੂੰ ਦੋਨਾਂ ਪੰਜਾਬਾਂ ਨੂੰ ਇਕੱਠੇ ਹੋਣ 'ਚ 47 ਵੇਲੇ ਵੀ ਜਾਣ ਕੇ ਵੰਡ ਹੋਈ ਹੈ। ਇਹ ਸਾਡੀ ਪੰਜਾਬ ਦੀ ਇਕੱਲੀ ਵੰਡ ਹੋਈ ਹੈ ਜਾਂ ਉਧਰ ਬੰਗਾਲ ਦੀ ਹੋਈ ਹੈ। ਬਾਕੀ ਸਾਰੇ ਸੂਬੇ ਜਾਂ ਸੂਬਾ ਉੱਧਰ ਚਲਿਆ ਗਿਆ ਜਾਂ ਸੂਬਾ ਉੱਧਰ ਚਲਿਆ ਗਿਆ। ਸਾਡਾ ਸੂਬਾ ਵੀ ਜਾਂ ਇੱਧਰ ਚਲਿਆ ਜਾਂਦਾ ਜਾਂ ਉੱਧਰ ਚਲਿਆ ਜਾਂਦਾ। ਮਤਲਬ ਸਾਡੇ ਨਾਲ ਧੱਕੇਸ਼ਾਹੀ ਉਦੋਂ ਵੀ ਹੋਈ ਹੈ, ਸਾਡੇ ਨਾਲ ਵਾਰ-ਵਾਰ ਧੱਕੇਸ਼ਾਹੀ ਵਾਲੀਆਂ ਗੱਲਾਂ। ਦੇਖੋ ਅਸੀਂ ਜ਼ਮੀਨ ਦੇ ਜਿਹੜਾ ਮਾਮਲਾ ਹੈ ਖੋਹਣ ਦਾ, ਉਹਦੇ ਤੇ ਅਸੀਂ ਵੱਡਾ ਅੰਦੋਲਨ ਕੀਤਾ, ਇਹਦੇ ਤੇ ਵੀ ਵੱਡਾ ਅੰਦੋਲਨ ਕਰਾਂਗੇ। ਜੇ ਦੋਨੇ ਜਰਮਨ ਇਕੱਠੇ ਹੋ ਸਕਦੇ ਆ, ਕੋਈ ਉਹ ਦਿਨ ਵੀ ਆਊਗਾ ਜਦੋਂ ਦੋਨੇ ਪੰਜਾਬ ਵੀ ਇਕੱਠੇ ਹੋਣਗੇ। ਇਹ ਔਖਾ ਨਹੀਂ ਲੱਗਦਾ ਇਹ ਕਿਉਂਕਿ ਇੱਕ ਮੰਗ ਰੱਖ ਦੇਣੀ ਠੀਕ ਹੈ, ਜੈਨੂਅਨ ਮੰਗ ਹੈ। ਅੱਜ ਨੇ ਲੋਕ ਖੜੇ ਨੇ, ਇਹਨਾਂ ਦੇ ਵਿੱਚੋਂ ਬਹੁਤ ਸਾਰੇ ਲੋਕ ਹੋਣਗੇ ਜਿਨ੍ਹਾਂ ਨੂੰ ਰੁਜ਼ਗਾਰ ਕਿਸੇ ਨਾ ਕਿਸੇ ਢੰਗ ਨਾਲ, ਕਿਸੇ ਨੂੰ ਟਰੱਕਾਂ ਦੇ ਨਾਲ ਰੁਜ਼ਗਾਰ ਮਿਲੇਗਾ, ਕਿਸੇ ਮਜ਼ਦੂਰ ਨੂੰ ਰੁਜ਼ਗਾਰ, ਬਹੁਤ ਕੁਝ ਹੋਏਗਾ। ਪਰ ਇਹ ਐ ਨਹੀਂ ਲੱਗਦਾ ਕਿ ਮੰਗ ਤਾਂ ਰੱਖਤੀ ਪਰ ਔਖਾ ਬਹੁਤ ਹੈ ਇਹ ਸਾਰਾ ਕੁਝ ਮਨਵਾਉਣਾ, ਤੇ ਇਹ ਲੜਾਈ ਬੜੀ ਔਖੀ ਹੈ। ਦੇਖੋ ਅਸੀਂ ਦਿੱਲੀ ਮੋਰਚੇ ਦੌਰਾਨ ਇਹ ਕਰ ਲਿਆ ਸੀ ਕਿ ਕੰਮ ਭਾਵੇਂ ਔਖਾ ਹੋਵੇ, ਉਸ ਪਾਸੇ ਪੰਜਾਬ ਦੀ ਕਿਸਾਨ ਲਹਿਰ ਨੂੰ ਲੈ ਕੇ ਜਾਣਾ ਜਿੰਦੇ ਨਾਲ ਪੰਜਾਬ ਦੀਆਂ ਸਮੱਸਿਆਵਾਂ ਦਾ ਹੱਲ ਹੋਵੇ। ਅਸੀਂ ਖੇਤੀ ਮਾਡਲ ਵਾਲਾ ਇਸ਼ੂ ਲਿਆ, ਪੰਜਾਬ ਦੇ ਪਾਣੀਆਂ ਵਾਲਾ, ਔਰ ਇਹ ਭਾਰਤ ਪਾਕਿਸਤਾਨ ਵਪਾਰ ਵਾਲਾ। ਖੇਤੀ ਮਾਡਲ ਦੇ ਇਸ਼ੂ ਦੇ ਵਿੱਚ ਅਸੀਂ ਇਹ ਜਿਹੜੀਆਂ ਨਾਲ ਜੁੜੀ ਹੋਈ ਗੱਲ ਕਿ ਪੰਜਾਬ ਦੇ ਵਿੱਚ 28 ਤਰ੍ਹਾਂ ਦਾ ਫਰੂਟ ਹੋ ਸਕਦਾ, ਪਰ ਪੰਜਾਬ ਦੇ ਵਿੱਚ ਸਿਰਫ 2.2% ਜ਼ਮੀਨ ਤੇ ਮੋਟੇ ਰੂਪ 'ਚ 3 ਤਰ੍ਹਾਂ ਦਾ ਫਰੂਟ ਹੁੰਦਾ। ਕਿੰਨੂ ਹੁੰਦਾ, ਅਮਰੂਦ ਹੁੰਦਾ, ਤੇ ਜਾਂ ਮੱਝ ਦੇ ਜਿਹੜੀ ਨਾਸਪਤੀ ਹੁੰਦੀ ਹੈ। ਕਿੰਨੂ ਇਹਨਾਂ ਹੇਠ ਵੀ ਰਕਬਾ ਵੱਧ ਸਕਦਾ ਕਿਉਂਕਿ ਕਿੰਨੂ ਸਾਡਾ ਜਿਹੜੀ ਦੁਨੀਆ ਭਰ 'ਚ ਉਹਦੀ ਡਿਮਾਂਡ ਆ ਬਹੁਤ ਵਧੀਆ ਕੁਆਲਿਟੀ ਦਾ। 28 ਤਰ੍ਹਾਂ ਦਾ ਇੱਥੇ ਫਰੂਟ ਹੋਵੇ ਤਾਂ ਬਾਗਬਾਨੀ ਦੇ ਵਿੱਚ ਘੱਟੋ ਘੱਟ 8 ਤੋਂ 10 ਮਹੀਨੇ ਜਿਹੜਾ ਕਿਰਤੀਆਂ ਨੂੰ ਕੰਮ ਜਿਹੜਾ ਉਹ ਮਿਲੂਗਾ, ਔਰ ਉਹਦੇ 'ਚ ਧਰਤੀ ਹੇਠੋਂ ਪਾਣੀ ਕੱਢਣ ਦੀ ਜ਼ਰੂਰਤ ਨਹੀਂ ਪੈਣੀਗੀ। ਸਿਰਫ ਨਹਿਰੀ ਪਾਣੀ ਨਾਲ ਸਾਲ 'ਚ ਕੋਈ 5 ਤੋਂ 8 ਪਾਣੀ ਜਿਹੜੀ ਬਾਗਬਾਨੀ ਲੱਗਣੇ ਆ, ਉਹਦੇ ਨਾਲ ਉਹ ਮਸਲਾ ਹੱਲ ਹੁੰਦਾ। ਧਰਤੀ ਦਾ ਪੰਜਾਬ ਹੇਠਲਾ ਪਾਣੀ ਵੀ ਵਿਕੂਗਾ, ਪਰ ਜਿਹੜੀ ਇੰਨੀ ਪੈਦਾਵਾਰ ਹੋਊਗੀ ਉਹਦੇ ਵਾਸਤੇ ਮਾਰਕੀਟ ਚਾਹੀਦੀ, ਉਹਦੇ ਵਾਸਤੇ ਵਪਾਰ ਜਿਹੜਾ ਉਹ ਖੋਲ੍ਹਣਾ ਪਊਗਾ। ਦੂਸਰੇ ਨੰਬਰ ਤੇ ਕਿ ਪੰਜਾਬ ਦੇ ਵਿੱਚ ਜਿਹੜੇ ਇਲਾਕੇ ਦੇ ਵਿੱਚ ਜਿਹੜੀ ਫਸਲ ਹੋ ਸਕਦੀ ਆ ਉਹ ਬਚਵਾਈ ਜਾਵੇ। ਝੋਨਾ ਇੱਥੋਂ ਦੀ ਫਸਲ ਜਿਹੜੀ ਨਹੀਂ ਗੀ, ਜਿਹੜਾ ਵੱਧ ਪਾਣੀ ਖਾਣ ਵਾਲੀਆਂ ਜਿਹੜੀਆਂ ਨੇ ਫਸਲਾਂ ਨੇ, ਹਵਾ ਪਾਣੀ ਮਿੱਟੀ ਉੱਥੋਂ ਦਾ ਡਕਾਰ ਗਈਆਂ। ਪੰਜਾਬ ਦੀਆਂ ਸਬਜ਼ੀਆਂ ਜਿਹੜੀਆਂ ਨੇ, ਹੁਣ ਪੰਜਾਬ ਦਾ ਆਲੂ ਦੂਰ ਤੱਕ ਜਾ ਸਕਦਾ ਹੈਗਾ। ਜਿਹੜਾ ਮਟਰ ਆ, ਦੁਨੀਆ ਦੀ 75% ਜਿਹੜੀ ਫ੍ਰਿਜ 'ਚ ਰੱਖ ਕੇ ਲੰਮਾ ਸਮਾਂ ਸਬਜ਼ੀ ਲੋਕ ਵਰਤਦੇ ਆ, ਉਹ 75% ਫਰੋਜ਼ਨ ਪੀ ਆ। ਬਹੁਤ ਸਾਰਾ ਰਕਬਾ ਮਟਰ ਹੇਠ ਆ ਸਕਦਾ। ਉਹ ਜ਼ਮੀਨ ਨੂੰ ਉਪਜਾਊ ਬਣਾਉਂਦਾ, ਪਾਣੀ ਦੀ ਘੱਟ ਵਰਤੋਂ ਹੁੰਦੀ ਆ, ਉਹਦੀ ਕਿੰਨੀ ਤੜਾਈ ਹੁੰਦੀ ਆ, ਕਿੰਨਾ ਮਜ਼ਦੂਰਾਂ ਨੂੰ ਉੱਤੇ ਜਿਹੜਾ ਹੈਗਾ ਕੰਮ ਮਿਲੂਗਾ। ਵੀ ਖੇਤੀ ਮਾਡਲ ਬਦਲ ਦੇ ਨਾਲ ਜਿੱਥੇ ਖੇਤੀ 'ਚ ਰੁਜ਼ਗਾਰ ਦੇ ਮੌਕੇ ਬਣਨਗੇ, ਉੱਥੇ ਹੀ ਹਵਾ ਪਾਣੀ ਮਿੱਟੀ ਬਚੂਗਾ। ਔਰ ਨਾਲ ਹੀ ਤੀਜੀ ਗੱਲ ਕਿ ਖੇਤੀ ਆਧਾਰਿਤ ਅਸੀਂ ਚਾਹੁੰਦੇ ਕਿ ਸਨਅਤ ਲੱਗੇ, ਕਿਉਂਕਿ ਜਦੋਂ ਅਸੀਂ ਵਪਾਰ ਦੀ ਗੱਲ ਕਰਦੇ ਨਾ, ਕੁਛ ਕੁ ਬੰਦੇ ਦੇ ਦਿਮਾਗ 'ਚ ਆਉਂਦਾ ਵੀ ਨਾ ਇਹ ਤਾਂ ਯਾਰ ਵੀ ਕੰਪਨੀਆਂ ਨੂੰ ਵੀ ਫਾਇਦਾ ਹੋਣਾ, ਇਹ ਤਾਂ ਬਹੁਤ ਜਿਹੜੀਆਂ ਮਲਟੀਨੇਸ਼ਨਲ ਕੰਪਨੀਆਂ ਨੇ ਧਨਾੜ ਉਹਨਾਂ ਨੂੰ ਵੀ ਫਾਇਦਾ ਹੋਣਾ। ਇਹ ਗੱਲ ਸਮਝਣੇ ਦੀ ਜ਼ਰੂਰਤ ਆ ਕਿ ਅਸੀਂ ਜਦੋਂ ਖੇਤੀ ਮਾਡਲ ਦੇ ਤਹਿਤ ਅਸੀਂ ਕਹਿੰਦੇ ਕਿ ਖੇਤੀ ਆਧਾਰਿਤ ਸਨਅਤ ਲੱਗੇ। ਖੇਤੀ ਆਧਾਰਿਤ ਸਨਅਤ ਜਿਹੜੀ ਆ ਉਹਨੂੰ ਕਾਰਪੋਰੇਟ ਨੂੰ ਲਾਉਣ ਦਾ ਕੋਈ ਅਧਿਕਾਰ ਨਹੀਂ ਹੋਣਾ ਚਾਹੀਦਾ, ਉਹ ਕੋਆਪਰੇਟਿਵ ਖੇਤਰ ਦੇ ਵਿੱਚ ਜਿਹੜੀ ਹੈਗੀ ਆ ਲੱਗੇ। ਮੈਂ ਇੱਕ ਉਦਾਹਰਨ ਤੇ ਰਵੀ ਜੀ ਦੇਣੀ ਚਾਹੂੰਗਾ। ਹੁਣ ਜਿਵੇਂ ਪਿੰਡ ਦੀ ਆਟਾ ਚੱਕੀ ਆ, ਉਹ ਵੀ ਛੋਟਾ ਯੂਨਿਟ ਆ, ਸਮਾਲ ਯੂਨਿਟ ਆ।
ਕੋਲੂ ਆ ਤੇਲ ਕੱਢਣ ਵਾਸਤੇ, ਉਹ ਵੀ ਜਿਹੜਾ ਛੋਟਾ ਯੂਨਿਟ ਆ ਖੇਤੀ ਆਧਾਰਿਤ ਸਨਅਤ ਉਹ ਵੀ ਆ, ਠੀਕ ਆ। ਹੁਣ ਜਦੋਂ ਮੰਨ ਲਓ ਕਿਤੇ ਤੇਲ ਦੇ ਕੋਲੂ ਆ, ਸਰੋਂ ਦਾ, ਸਾਡੇ ਚੰਗੀ ਸਰੋਂ ਹੁੰਦੀ ਆ, ਚੰਗਾ ਤੇਲ ਹੁੰਦਾ ਆ, ਜਿਹੜੇ ਰਿਫਾਈਨਡ ਤੇਲ ਹੁੰਦੇ ਤਾਂ ਸਰੀਰ ਵਾਸਤੇ ਮਾੜੇ ਆ ਨਾ, ਠੀਕ ਆ। ਤੇ ਸਾਡੇ ਇਹਨਾਂ ਨੇ ਤਾਂ ਮਤਲਬ ਦੇਸੀ ਘਿਓ ਤਾਂ ਐਡੀਬਲ ਆਇਲ ਚੋਂ ਹੀ ਕੱਢਤਾ, ਖੁਰਾਕੀ ਘਿਓ ਤੇਲ ਚੋਂ ਹੀ ਕੱਢਤਾ ਨਾ, ਕਿ ਭੰਡੀ ਪ੍ਰਚਾਰ ਕਰ ਕਰਕੇ ਕਿਉਂ ਕੰਪਨੀਆਂ ਨੇ ਆਪਦਾ ਵੇਚਣਾ ਸੀਗਾ। ਇਹ ਕਰਦੇ ਕੀ ਆ ਕਿ ਜਦੋਂ ਆਮ ਬੰਦੇ ਇੱਥੇ ਤੇਲ ਵੇਚਣਗੇ, ਆਪਣਾ ਛੋਟੇ ਯੂਨਿਟ ਲੱਗਣਗੇ ਖੇਤੀ ਆਧਾਰਿਤ, ਹੈ ਨਾ, ਤਾਂ ਉਹਦੇ ਚੋਂ ਤਾਈਓ ਅਸੀਂ ਕਹਿੰਦੇ ਕਿ ਕਾਰਪੋਰੇਟ ਦੀ ਪਾਬੰਦੀ ਹੋਵੇ ਕਿ ਦੂਜੇ ਪਾਸੇ ਅਡਾਨੀ ਵਰਗਾ ਆਪਣਾ ਤੇਲ ਲੈ ਆਉਂਦਾ। ਉਹ ਇਹ ਕਹਿੰਦਾ ਵੀ ਇਸ ਤੇਲ ਦੇ ਨਾਲ ਹਾਰਟ ਅਟੈਕ ਨਹੀਂ ਆਉਂਦਾ, ਡਾਇਬਟੀਜ਼ ਨਹੀਂ ਹੁੰਦੀ, ਤੁਹਾਡੀ ਨਾੜਾਂ ਨਹੀਂ ਬੰਦ ਹੁੰਦੀਆਂ। ਤੇ 88 ਮਿਲੀਅਨ ਜਿਹੜੇ ਵਿਊਅਰਸ ਆ ਉਹਨਾਂ ਦੇ ਐਟ ਅ ਟਾਈਮ ਆ, ਉਹਨਾਂ ਦੇ ਮੀਡੀਆ ਰਾਹੀਂ, ਫਿਰ ਉਹਨਾਂ ਦੇ ਟੀਵੀ ਅਖਬਾਰ ਨੇ, ਉਹਨਾਂ ਰਾਹੀਂ ਜਦੋਂ 10 ਕਰੋੜਾਂ ਲੋਕਾਂ ਤੱਕ ਇਹ ਗੱਲ ਜਾਂਦੀ ਆ ਤੇ ਉਹਦੇ 'ਚ ਬਈ ਤੇਰਾ ਮੇਰਾ ਲਾਇਆ ਕੋਲੂ ਤੇ ਉਹ ਕੱਢਿਆ ਸਰੋਂ ਦਾ ਤੇਲ, ਫਿਰ ਕਿੰਨੇ ਖਰੀਦਣਾ? ਕੰਪਨੀ ਦਾ ਵਿਕਣਾ। ਇਸ ਕਰਕੇ ਇੱਥੇ ਖੇਤੀ ਆਧਾਰਿਤ ਸਨਅਤ 'ਚ ਕਾਰਪੋਰੇਟ ਦੇ ਦਾਖਲੇ ਦੀ ਪਾਬੰਦੀ ਹੋਣੀ ਚਾਹੀਦੀ ਆ। ਉਹਦੇ ਨਾਲ ਪੇਂਡੂ ਖੇਤਰ 'ਚ ਜਿੱਥੇ ਰੁਜ਼ਗਾਰ ਪੈਦਾ ਹੋਏਗਾ ਉੱਥੇ ਹੀ ਜਿਹੜਾ ਹੈਗਾ ਸਾਡੀ ਇਕਨੋਮੀ ਨੂੰ ਹਿਲਾਰਾ ਮਿਲੇਗਾ। ਪਰ ਉਹ ਸਾਰੀ ਇੱਥੇ ਬਾਗਬਾਨੀ, ਇੱਥੇ ਖੇਤੀ ਆਧਾਰਿਤ ਸਨਅਤ ਲੱਗੇ, ਇੱਥੇ ਸਬਜ਼ੀਆਂ ਦੀ ਕਾਸ਼ਤ ਹੋਵੇ, ਖੇਤੀ ਮਾਡਲ ਬਦਲਿਆ ਜਾਵੇ, ਉਹ ਸਾਰੇ ਨੂੰ ਵੇਚਣ ਵਾਸਤੇ ਮਾਰਕੀਟ ਚਾਹੀਦੀ ਆ। ਤੇ ਜਿਹੜਾ ਛੋਟੇ ਯੂਨਿਟ ਲਾਉਣ ਵਾਲਾ ਬੰਦਾ ਹੋਊਗਾ ਜਾਂ ਇੱਥੇ ਫਸਲ ਸਬਜ਼ੀਆਂ ਪੈਦਾ ਕਰਨ ਵਾਲਾ ਕਿਸਾਨ ਆ, ਫਲ ਪੈਦਾ ਕਰਨ ਵਾਲਾ ਕਿਸਾਨ ਆ, ਇੱਥੇ ਹਜ਼ਾਰਾਂ ਏਕੜ ਤਾਂ ਹੈ ਨਹੀਂ, ਛੋਟੇ ਦਰਮਿਆਨੇ ਕਿਸਾਨ ਆ, ਉਹ ਸਮੁੰਦਰ ਰਸਤੇ ਵਪਾਰ ਨਹੀਂ ਕਰ ਸਕਦਾ, ਸਮੁੰਦਰ ਰਸਤੇ ਆਪਣੀ ਚੀਜ਼ ਨਹੀਂ ਵੇਚ ਸਕਦਾ। ਉਹਨੂੰ ਫਾਇਦਾ ਇਸ ਪਾਸੇ ਆ ਕਿ ਉਹ ਟਰੈਕਟਰ ਟਰਾਲੀ ਤੇ ਜਾ ਕੇ ਜਿਹੜਾ ਹੈਗਾ ਉਹ ਵੇਚ ਸਕੇ, ਟਰੱਕਾਂ ਤੇ ਜਾ ਕੇ ਵੇਚ ਸਕੇ, ਛੋਟੇ ਹਾਥੀ ਤੇ ਵੇਚ ਸਕੇ, ਔਰ ਉਹ ਢੋਆ ਢਵਾਈ ਦੇ ਨਾਲ ਸਾਰਾ ਸਾਲ ਮਜ਼ਦੂਰਾਂ ਨੂੰ ਵੀ ਕੰਮ ਮਿਲਣਾ। ਕ੍ਰਿਡ ਦੀ ਅਟਾਰੀ ਦੇ 30 ਪਿੰਡਾਂ ਦੀ ਸਟੱਡੀ ਆ, ਉਹਨਾਂ 30 ਪਿੰਡਾਂ ਦੀ ਸਟੱਡੀ ਕੀਤੀ ਕਿ ਮਜ਼ਦੂਰਾਂ ਦੇ ਘਰ ਪੱਕੇ ਪੈ ਗਏ, ਘਰਾਂ 'ਚ ਉਹਨਾਂ ਦੇ ਮੋਟਰਸਾਈਕਲ ਆ ਗਏ। ਜਦੋਂ ਟ੍ਰੇਡ ਬੰਦ ਹੋ ਗਿਆ, ਮੋਟਰਸਾਈਕਲ ਏਜੰਸੀਆਂ ਵਾਲੇ ਵਾਪਸ ਰਹਿ ਗਏ ਕਿਉਂਕਿ ਕਿਸ਼ਤ ਉਹਨਾਂ ਤੋਂ ਨਹੀਂ ਮੋੜੀ ਗਈ, ਔਰ ਇੱਕ ਹਫਤਾ ਉਹਨਾਂ ਦੇ ਚੁੱਲ੍ਹੇ ਨਹੀਂ ਤਪੇ। 18,000 ਕੁੱਲੀ ਜਿਹੜਾ ਉੱਥੇ ਢੋਆ ਢਵਾਈ ਦਾ ਕੰਮ ਕਰਦਾ ਸੀ, ਉਹ ਪਰਿਵਾਰ ਜਿਹੜੇ ਸੀ ਉਹ ਤਬਾਹੀ ਦੇ ਕੰਢੇ, ਉਹ ਟ੍ਰੇਡ ਬੰਦ ਹੋਣ ਦੇ ਨਾਲ ਜਿਹੜੇ ਉਹ ਹੋ ਗਏ। ਔਰ ਇਹ ਸਿਰਫ ਭਾਰਤ ਪਾਕਿਸਤਾਨ ਵਪਾਰ ਦੀ ਗੱਲ ਆ। ਜੇ ਮਿਡਲ ਈਸਟ ਦਾ ਖੁੱਲੇ ਤਾਂ ਪੰਜਾਬ ਦੀ ਆਰਥਿਕਤਾ ਤੇ ਪੰਜਾਬੀ ਸਮਾਜ ਦੇ ਜਿਹੜੀ ਆ ਖੁਸ਼ਹਾਲੀ ਦੇ ਰਾਹ ਜਿਹੜੇ ਹੈਗੇ ਆ ਉਹ ਖੁੱਲ੍ਹ ਸਕਦੇ ਆ। ਔਰ ਇਹ ਏਜੰਡਾ ਅਸੀਂ ਲੋਕਾਂ ਤੱਕ ਲਿਜਾਣ ਦੇ ਵਿੱਚ, ਜਿਹੜਾ ਤੁਸੀਂ ਪ੍ਰਧਾਨ ਜੀ ਨੂੰ ਸਵਾਲ ਕੀਤਾ ਸੀ ਕਿ ਪਹਿਲੀ ਕਾਨਫਰੰਸ ਤੋਂ ਬਾਅਦ ਇੰਨਾ ਸਫਲ ਹੋਏ ਆ ਕਿ ਪਹਿਲੀ ਕਾਨਫਰੰਸ ਕੱਲੀ ਕਿਰਤੀ ਕਿਸਾਨੀ ਉਹਨਾਂ ਨੇ ਕੀਤੀ, ਤੇ ਅੱਜ ਇਸ ਕਾਨਫਰੰਸ ਨੂੰ BKU ਡਕੌਂਦਾ, BKU ਲੱਖੋਵਾਲ, ਲੇਖਕਾਂ ਤੇ ਹੋਰ ਸਾਹਿਤਕਾਰਾਂ ਦੀਆਂ ਜਥੇਬੰਦੀਆਂ ਨੇ ਵੀ ਹਮਾਇਤ ਕੀਤੀ ਤੇ ਇੱਥੇ ਜਿਹੜੇ ਉਹ ਆਏ ਵੀ ਹੈਗੇ ਆ। ਇਸ ਕਰਕੇ ਏਜੰਡਾ ਸਹਿਜੇ ਜਿਹੜਾ ਹੈਗਾ ਉਹ ਅਸੀਂ ਬਣਾ ਲੈਣਾ ਹੈਗਾ। ਉਹਦੇ 'ਚ ਤੁਹਾਡੇ ਵਰਗੇ ਮੀਡੀਆ ਵਾਲੇ ਵੀਰਾਂ ਦਾ ਵੀ ਜਿਹੜਾ ਸਹਿਯੋਗ ਰਵੇ ਕਿ ਲੋਕਾਂ ਤੱਕ ਗੱਲ ਜਾਵੇ। ਲੁਕਾਈ 'ਚ ਹੀ ਖੁਦਾਈ ਆ, ਜਦੋਂ ਲੋਕਾਂ 'ਚ ਗੱਲ ਹੋ ਗਈ ਤਾਂ ਇਹਦੇ ਤੇ ਲੋਕ ਲਹਿਰ ਬਣੇਗੀ। ਔਰ ਪਹਿਲਾਂ ਵੀ ਸਰਕਾਰ ਚਾਹੁੰਦੀ ਨਹੀਂ ਸੀ ਖੇਤੀ ਕਾਨੂੰਨ ਵਾਪਸ, ਲੋਕ ਚਾਹੁੰਦੇ ਸੀ ਤੇ ਵਾਪਸ ਕਰਨੇ ਪਏ। ਹੁਣ ਵੀ ਜਦੋਂ ਲੋਕ ਚਾਹੁਣਗੇ ਕਿ ਵਪਾਰ ਖੁੱਲੇ ਤੇ ਫਿਰ ਵਪਾਰ ਖੁੱਲੇਗਾ। ਜੇ ਹੁਣ ਕੇਂਦਰ ਸਰਕਾਰ ਦੇ ਨਾਲ ਇਹੀ ਗੱਲਾਂ ਕਰਨੀਆਂ ਨੇ, ਕੋਈ ਟੇਬਲ ਟਾਕ ਕਰਨੀ ਆ, ਤਾਂ ਫਿਰ ਉਹਦੇ ਵਾਸਤੇ ਤਾਂ ਲੜਾਈ ਫੇਰ ਵੱਡੀ ਵਿੱਢਣੀ ਪਊਗੀ ਨਾ। ਉਹਦਾ ਕੋਈ ਰੂਟ ਪਲਾਨ ਹੈ ਤੁਹਾਡੇ ਕੋਲੇ, ਜਾਂ ਇਹਨੂੰ ਸ਼ੁਰੂਆਤ ਮੰਨੀਏ ਕਿ ਇਹ 2 ਰੈਲੀਆਂ ਸ਼ੁਰੂਆਤ ਸੀਗੀਆਂ, ਇਸ ਤੋਂ ਅੱਗੇ ਹੋਰ ਵੱਡੇ ਪਲਾਨ ਹੈਗੇ ਆ, ਲੋਕਾਂ ਨੂੰ ਇਕੱਠੇ ਕਰਨਾ, ਉਸੇ ਤਰ੍ਹਾਂ ਦੇ ਨਾਲ ਮੋਰਚਾ ਤਿਆਰ ਕਰਨਾ? ਕਿਉਂਕਿ ਉਹ ਤੋਂ ਬਿਨਾ ਕੇਂਦਰ ਸਰਕਾਰ ਇਹਨਾਂ ਮੁੱਦਿਆਂ ਤੇ ਗੱਲ ਕਰੇ ਜਾਂ ਟੇਬਲ ਟਾਕ ਲਈ ਬੁਲਾਵੇ ਜਾਂ ਉਹ ਮਜਬੂਰ ਹੋਵੇ, ਉਹ ਤਾਂ ਸੰਭਾਵਨਾ ਹਾਲੇ ਨਜ਼ਰ ਨਹੀਂ ਆਉਂਦੀ। ਦੇਖੋ, ਇਹ ਤੁਹਾਡੀ ਗੱਲ ਠੀਕ ਆ, ਅਸੀਂ ਇਹਨੂੰ ਅਜੇ ਮੁੱਢਲੇ ਸਟੇਜ ਤੇ ਸਮਝਦੇ ਆ ਕਿ ਅਸੀਂ ਇਹ ਮੁਹਿੰਮ ਜਿਹੜੀ ਹੈਗੀ ਆ ਸ਼ੁਰੂ ਕੀਤੀ ਆ। ਜਿਹੜਾ ਰੂਟ ਪਲਾਨ ਹੈਗਾ ਉਹ ਜਿਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਬਣਦੀਆਂ ਨੇ ਉਸ ਤਰ੍ਹਾਂ ਦੀ ਸਟ੍ਰੈਟਜੀ ਬਣਦੀ ਹੈਗੀ ਆ। ਇਸ 'ਚ ਕਿੰਨੇ ਲੋਕ ਆਉਂਦੇ ਆ, ਕਿੰਨਾ ਹੁੰਗਾਰਾ ਦਿੰਦੇ ਆ, ਗਾਂਹ ਕਿਵੇਂ ਚੱਲਦਾ ਹੈਗਾ, ਉਹਦੇ 'ਚ ਫਿਰ ਰਸਤਾ ਵੀ ਆਪਣੇ ਆਪ ਜਿਹੜਾ ਹੈਗਾ ਉਹ ਨਿਕਲਦਾ ਜਾਵੇਗਾ। ਪਰ ਇੱਕ ਗੱਲ ਤੈਅ ਆ ਕਿ ਇਸ ਮਸਲੇ ਤੇ ਅਸੀਂ ਜਿਹੜੀ ਲੜਾਈ ਆ ਅੱਜ ਵਿੱਢੀ ਆ, ਇਹਨੂੰ ਇੱਥੇ ਛੱਡਾਂਗੇ ਨਹੀਂ, ਇਹਨੂੰ ਅੱਗੇ ਵਧਾਵਾਂਗੇ। ਅੱਛਾ, ਪੰਜਾਬ ਸਰਕਾਰ ਵੀ ਜਿਹੜੀ ਹੈ ਉਹ ਨਵੀਂ ਖੇਤੀ ਨੀਤੀ ਲੈ ਕੇ ਆ ਰਹੀ ਹੈ। ਉਮੀਦ ਹੈ ਕਿ ਸ਼ਾਇਦ ਅਗਲੇ ਮਹੀਨੇ ਮੁੱਖ ਮੰਤਰੀ ਸਾਹਿਬ ਇਸ ਨਵੀਂ ਖੇਤੀ ਨੀਤੀ ਨੂੰ ਐਲਾਨ ਵੀ ਦੇਣ। ਉਹ ਕਹਿੰਦੇ ਕਿ ਪੰਜਾਬ ਦੇ ਵਿੱਚ ਧਰਤੀ ਹੇਠਲੇ ਪਾਣੀ ਨੂੰ ਕਿਵੇਂ ਬਚਾਉਣਾ ਹੈ, ਜਿਹੜੀ ਹੈ ਕਿਸਾਨ ਦੀ ਉਹ ਆਮਦਨ ਨੂੰ ਕਿਵੇਂ ਡਬਲ ਕਰਨਾ ਹੈ, ਜਿਹੜੀ ਖੇਤੀ ਵਿਭਿੰਨਤਾ ਹੈ ਉਹਨੂੰ ਕਿਵੇਂ ਲੈ ਕੇ ਆਉਣਾ ਹੈ। ਇਸ ਖੇਤੀ ਨੀਤੀ ਬਾਰੇ ਤੁਹਾਡੇ ਕੋਲ ਕੋਈ ਜਾਣਕਾਰੀ ਹੈ, ਜਾਂ ਤੁਹਾਡੇ ਤੱਕ ਸਰਕਾਰ ਨੇ ਕੋਈ ਅਪਰੋਚ ਕੀਤੀ, ਕੋਈ ਸਲਾਹ ਮੰਗੀ, ਕੋਈ ਮਸ਼ਵਰਾ ਲਿਆ, ਜਾਂ ਇਹ ਸਰਕਾਰ ਲੈ ਕੇ ਆ ਰਹੀ ਹੈ? ਸਾਨੂੰ ਦਸੰਬਰ ਦੇ ਵਿੱਚ 2022 'ਚ ਬੁਲਾਇਆ। ਅਸੀਂ 19 ਪੇਜ ਦਾ ਰਿਟਨ ਦਸਤਾਵੇਜ਼ ਪੰਜਾਬ 'ਚ ਕਿੱਦਾਂ ਦੀ ਖੇਤੀ ਹੋਣੀ ਚਾਹੀਦੀ ਹੈ, ਕਿੱਦਾਂ ਦੀ ਸਨਅਤ ਹੋਣੀ ਚਾਹੀਦੀ ਆ, ਭਾਰਤ ਪਾਕਿਸਤਾਨ, ਇਹ ਸਾਰੀਆਂ ਗੱਲਾਂ ਅਸੀਂ 19 ਪੇਜ ਲਿਖਤੀ ਦਸਤਾਵੇਜ਼ ਪੰਜਾਬ ਲੇਬਰ ਐਂਡ ਫਾਰਮਰਜ਼ ਕਮਿਸ਼ਨ ਦੇ ਚੇਅਰਮੈਨ ਡਾਕਟਰ ਸੁਖਪਾਲ ਹੋਰਾਂ ਨੂੰ ਦੇ ਕੇ ਇਹਨਾਂ ਲਿਖਤੀ ਸੱਦਾ ਆਇਆ ਸੀ ਵੀ ਖੇਤੀ ਮਾਡਲ ਤੇ ਤੁਸੀਂ ਬੋਲ ਰਹੇ ਹੋ, ਤੁਹਾਡੇ ਕੀ ਸੁਝਾਅ। ਪਰ ਉਹਦੇ 'ਚ ਨਿਰਾਸ਼ਾ ਵਾਲੀ ਗੱਲ ਜਿਹੜੀ ਹੈ ਰਵੀ ਵੀਰ ਇਹ ਆ ਕਿ ਸਾਡੇ ਤੋਂ ਸੁਝਾਅ ਲੈ ਲਏ, ਹੋਰ ਲੋਕਾਂ ਤੋਂ ਸੁਝਾਅ ਲੈ ਲਏ।
ਤੇ 6 ਮਹੀਨਿਆਂ ਬਾਅਦ ਇੱਕ ਬਾਹਰ ਦੀ ਕੰਪਨੀ ਲੈ ਆਂਦੀ ਵੀ ਖੇਤੀ ਨੀਤੀ ਤੇ ਇਹ ਰਾਏ ਦੇਊਗੀ। ਕੰਪਨੀਆਂ ਨੇ ਤਾਂ ਪਹਿਲਾਂ ਬੇੜਾ ਗਰਕ ਕੀਤਾ ਤੇ ਕੰਪਨੀਆਂ ਹੁਣ ਰਾਏ ਦੇਣਗੀਆਂ। ਇਹਦਾ ਮਤਲਬ ਆ ਕਿ ਸਰਕਾਰ ਇਹ ਸਮਝਦੀ ਕਿ ਸਾਡੀ ਜਿਹੜੀ ਖੇਤੀਬਾੜੀ ਯੂਨੀਵਰਸਿਟੀਆਂ ਦੇ ਮਾਹਰ ਨੇ, ਸਾਡੇ ਜਿਹੜੇ ਖੇਤੀਬਾੜੀ ਮਾਹਰ ਨੇ, ਖੇਤੀਬਾੜੀ ਆਰਥਿਕਤਾ ਨਾਲ ਜੁੜੇ ਹੋਏ ਲੋਕ ਆ, ਖੇਤੀ ਕਰਨ ਵਾਲੇ ਕਿਸਾਨ ਨੇ, ਜਿਹੜੇ ਇੱਥੋਂ ਦੇ ਸੂਝਵਾਨ ਲੋਕ ਨੇ, ਉਹਨਾਂ ਸਾਰਿਆਂ ਦੀ ਬੁੱਧੀ ਤੇ ਕਾਂਟਾ ਮਾਰ ਕੇ ਇੱਕ ਬਾਹਰ ਦੀ ਕੰਪਨੀ ਨੂੰ ਜਿਹੜਾ ਬੁਲਾਇਆ ਜਾ ਰਿਹਾ। ਇਹਦਾ ਮਤਲਬ ਸਾਫ਼ ਆ ਕਿ ਉਹ ਸਾਡੀਆਂ ਲੋਕਲ ਲੋੜਾਂ, ਲੋਕਲ ਜਿਹੜੀ ਬੌਧਿਕਤਾ, ਲੋਕਲ ਅਕਲ ਆ, ਉਹਨੂੰ ਪੰਜਾਬ ਸਰਕਾਰ ਸਾਈਡ ਤੇ ਕਰਕੇ ਬਾਹਰਲਿਆਂ ਤੋਂ ਨੀਤੀ ਬਣਾਉਣਾ ਚਾਹੁੰਦੀ ਆ। ਤੇ ਆ ਕਣਕ ਝੋਨੇ ਦਾ ਇਹ ਹਰੇ ਇਨਕਲਾਬ ਦਾ ਜ਼ਹਿਰੀਲਾ ਮਾਡਲ ਪਹਿਲਾਂ ਵੀ ਬਾਹਰਲਿਆਂ ਨੇ ਦਿੱਤਾ ਹੋਇਆ ਤੇ ਬਾਹਰਲੇ ਇਹਦਾ ਹੱਲ ਨਹੀਂ ਕੱਢ ਸਕਣਗੇ। ਉਹ ਜਿਹੜੇ ਇਸ ਸਮੱਸਿਆ ਦੇ ਨਾਲ ਜੂਝਦੇ ਹੈਗੇ ਆ, ਉਹਨਾਂ ਦੀਆਂ ਲਿਖਤਾਂ, ਉਹਨਾਂ ਦੀ ਸਮਝ ਲਾਗੂ ਕੀਤੀ ਜਾਵੇ ਤਾਂ ਹੁੰਦਾ। ਅਸੀਂ 19 ਪੇਜ ਦਾ ਜਿਹੜਾ ਦਸਤਾਵੇਜ਼ ਲਿਖਿਆ ਹੈ, ਕਹਿੰਦੇ ਆ ਅਸੀਂ ਕਹਿੰਦੇ ਪੰਜਾਬ ਸਰਕਾਰ 'ਚ ਦੱਸੇ ਗਲਤ ਕੀ ਆ, ਤੇ ਜੇ ਉਹ ਲਾਗੂ ਹੁੰਦਾ ਤੇ ਪੰਜਾਬ ਦੀ ਜਿਹੜੀ ਖੇਤੀ ਆ ਉਹਦੇ 'ਚ ਮਜ਼ਦੂਰਾਂ ਨੂੰ ਕੰਮ ਮਿਲੂਗਾ, ਕਿਸਾਨਾਂ ਨੂੰ ਕੰਮ ਮਿਲੂਗਾ, ਔਰ ਇੱਥੇ ਹਵਾ ਪਾਣੀ ਮਿੱਟੀ ਜਿਹੜਾ ਹੈਗਾ ਉਹ ਕੁਝ ਜ਼ਹਿਰੀਲਾ ਵਿਚਾਰਿਆ ਵੀ ਜਾ ਸਕਦਾ ਜੀ। 19 ਪੇਜਾਂ ਦਾ ਬਹੁਤ ਸਾਰੇ ਤੁਹਾਡੇ ਸੁਝਾਅ ਹੋਣਗੇ। ਹੋ ਸਕਦਾ ਕਿ ਖੇਤੀ ਨੀਤੀ ਦੇ ਵਿੱਚ ਉਹਨੂੰ ਲੈ ਕੇ ਕੋਈ ਨਾ ਕੋਈ ਚਰਚਾ ਜ਼ਰੂਰ ਹੋਈ ਹੋਵੇ, ਸੰਭਾਵਨਾ। ਚਲੋ ਦੇਖਦੇ ਆਪਾਂ। ਉਹਨਾਂ ਨੇ ਪਹਿਲਾਂ ਇਹ ਕਿਹਾ ਸੀਗਾ ਕਿ ਅਸੀਂ 31 ਮਾਰਚ ਤੱਕ ਇਹ ਖੇਤੀ ਨੀਤੀ ਲੈ ਆਵਾਂਗੇ, ਫਿਰ 31 ਜੂਨ ਆ ਗਈ, ਜੁਲਾਈ ਆ ਗਈ, ਅਗਸਤ ਆ ਗਈ, ਸਤੰਬਰ ਆ ਗਿਆ। ਉਹ ਜਿਹੜੀ ਖੇਤੀ ਨੀਤੀ ਹੈਗੀ ਆ ਉਹ ਆਉਣ ਦੀ ਬਜਾਏ ਅਸੀਂ ਤਾਂ ਉਹ ਬਹੁਤ ਲੇਟ ਹੋਣਾ ਗੜਬੜੀ ਹੈ। ਲੇਟ ਹੋਣਾ ਛੋਟੀ ਗੜਬੜੀ ਆ। ਵੱਡੀ ਗੜਬੜੀ ਜਿਹੜੀ ਹੈਗੀ ਇੱਕ ਬਾਹਰ ਦੀ ਕੰਪਨੀ ਨੂੰ ਵਿੱਚ ਲਿਆਂਦਾ ਗਿਆ, ਉਹਦੇ ਤੋਂ ਸਾਫ਼ ਆ ਕਿ ਸਰਕਾਰ ਜਿਹੜੀ ਹੈਗੀ ਆ ਉਹ ਇੱਥੋਂ ਦੇ, ਜੇ ਇੱਥੋਂ ਦੇ ਲੋਕ ਇੰਨੇ ਹੀ ਕਮਲੇ ਆ ਤੇ ਫਿਰ ਉਹਨਾਂ ਨੇ ਤੁਹਾਡੇ 92 MLA ਬਣਾਏ ਆ। ਜੇ ਤੁਸੀਂ ਵੋਟਾਂ ਲੈਣੀਆਂ ਉਦੋਂ ਲੋਕ ਸਿਆਣੇ ਆ, ਤੁਹਾਨੂੰ ਗੱਦੀ ਤੇ ਬਿਠਾਉਣ ਦੇ ਉਦੋਂ ਸਿਆਣੇ ਆ। ਇਹਦਾ ਮਤਲਬ ਪੰਜਾਬ ਦੇ ਲੋਕ ਮੁਸ਼ਕਲਾਂ ਬਾਰੇ ਸੋਚਦੇ ਆ ਨਾ, ਉਹ ਇੱਥੇ ਕੁਝ ਬਦਲਣਾ ਚਾਹੁੰਦੇ ਆ ਨਾ। ਜੇ ਸੋਚਦੇ ਤਾਂ ਹੀ ਪਹਿਲੇ ਬਦਲੇ ਆ ਨਾ। ਉਹ ਖੇਤੀ ਵੀ ਬਦਲਣਾ ਚਾਹੁੰਦੇ ਆ, ਉਹ ਹਵਾ ਪਾਣੀ ਮਿੱਟੀ ਦੇ ਸੰਕਟ ਚੋਂ ਨਿਕਲਣਾ ਚਾਹੁੰਦੇ, ਉਹ ਬੇਰੁਜ਼ਗਾਰੀ ਦੇ ਸੰਕਟ ਚੋਂ ਨਿਕਲਣਾ ਚਾਹੁੰਦੇ ਆ। ਉਹਨਾਂ ਕੋਲੇ ਆਈਡੀਆਜ਼ ਨੇ। ਉਹ ਆਈਡੀਆਜ਼ ਪੰਜਾਬ ਸਰਕਾਰ ਕਿਉਂ ਨਹੀਂ ਸੁਣਦੀ, ਕਿਉਂ ਨਹੀਂ ਲਾਗੂ ਕਰਦੀ, ਕੰਪਨੀਆਂ ਤੇ ਬੇਸਡ ਕਿਉਂ ਆ? ਸਾਡਾ ਸਭ ਤੋਂ ਵੱਡਾ ਇਤਰਾਜ਼ ਇਹ ਆ। ਠੀਕ ਹੈ, ਬਹੁਤ ਧੰਨਵਾਦ। ਤਾਂ ਅੱਜ ਕਿਰਤੀ ਕਿਸਾਨ ਯੂਨੀਅਨ ਦੇ ਵੱਲੋਂ ਅੱਜ ਇੱਕ ਵੱਡਾ ਇਕੱਠ ਹੁਸੈਨੀਵਾਲਾ ਬਾਰਡਰ ਤੇ ਕੀਤਾ ਗਿਆ ਔਰ ਉਹਦੇ ਨਾਲ ਲੱਗਦੇ ਪਿੰਡ ਦੇ ਇੱਕ ਖੁੱਲੇ ਗਰਾਊਂਡ ਦੇ ਵਿੱਚ ਇਹ ਪੂਰੀ ਰੈਲੀ ਕੀਤੀ ਗਈ ਔਰ ਸਰਕਾਰ ਤੱਕ ਕਿਤੇ ਨਾ ਕਿਤੇ ਇਹ ਗੱਲ ਪਹੁੰਚਾਉਣ ਦੀ ਕੋਸ਼ਿਸ਼ ਸੀ ਕਿ ਦੋਨੋਂ ਜਿਹੜੇ ਬਾਰਡਰ ਨੇ ਉਹਨਾਂ ਰਾਹੀਂ ਪੰਜਾਬ ਦੇ ਬਾਰਡਰਾਂ ਦੇ ਵਿੱਚੋਂ ਜਿਹੜਾ ਹੈ ਉਹ ਵਪਾਰ ਜਿਹੜਾ ਉਹ ਜ਼ਰੂਰ ਹੋਣਾ ਚਾਹੀਦਾ। ਪਰ ਫਿਲਹਾਲ ਲੜਾਈ ਲੰਬੀ ਹੈ, ਲੜਾਈ ਵੱਡੀ ਹੈ। ਕੇਂਦਰ ਸਰਕਾਰ ਇਸ ਤੇ ਰਿਐਕਟ ਕੀ ਕਰਦੀ ਆ ਔਰ ਇਹ ਵਿੱਢੀ ਹੋਈ ਲੜਾਈ ਦੇ ਵਿੱਚ ਅੰਤ ਤੇ ਇਹਦਾ ਫਾਇਦਾ ਕਿਸ ਨੂੰ ਔਰ ਕਿੰਨਾ ਹੁੰਦਾ ਇਹ ਦੇਖਣਾ ਲਾਜ਼ਮੀ ਰਹੇਗਾ। ਆਪਣੇ ਸਹਿਯੋਗੀ ਗੁਰਦੇਵ ਸਿੰਘ ਨਾਲ ਮੈਂ ਰਵੀ ਸੰਗਰਾਹੁਰ ਦਾ ਅਨਮਿਊਟ, ਹੁਸੈਨੀਵਾਲਾ, ਫਿਰੋਜ਼ਪੁਰ।